ਸਾਰਿਆਂ ਨੂੰ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਹੜੀ ਕੋਵਿਡ-19 ਨੂੰ ਲੈ ਕੇ ਜਲੰਧਰ ਡਿਸਟ੍ਰਿਕਟ ਦੀ ਜਿਹੜੀ ਕਰੰਟ ਪੋਜੀਸ਼ਨ ਹੈ ਉਹ ਸਟੇਟ ਦੇ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਜਿਹੜੇ ਟੋਟਲ ਪੋਜ਼ਿਟਿਵ ਕੇਸ ਹੈਗੇ 5817, ਜਿਨ੍ਹਾਂ ਚੋਂ 3755 ਮਰੀਜ਼ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਨੇ। ਕਰੰਟਲੀ 1919 ਪੇਸ਼ੈਂਟ ਜਿਹੜੇ ਹੈਗੇ ਐਕਟਿਵ ਕੇਸਿਸ ਨੇ, ਜਿਹੜੇ ਕਿ ਕਈ ਹੋਮ ਆਈਸੋਲੇਟਡ ਦੇ ਵਿੱਚ ਆਈਸੋਲੇਸ਼ਨ ਦੇ ਵਿੱਚ ਨੇ ਤੇ ਕਈ ਬਾਕੀ ਆਪਣੇ ਵੱਖ-ਵੱਖ ਹਸਪੀਟਲਾਂ ਦੇ ਵਿੱਚ ਨੇ। ਤੇ ਹੁਣ ਤੱਕ ਜਿਹੜੀ ਹੈ ਮੋਰਟੈਲਿਟੀ ਦੀ ਫਿਗਰ 143 ਜਿਹੜੀ ਹੈ ਜਲੰਧਰ ਡਿਸਟ੍ਰਿਕਟ ਦੇ ਵਿੱਚ ਕੋਵਿਡ ਦੇ ਕਰਕੇ ਡੈਥਸ ਹੋਈਆਂ ਨੇ। ਸੋ ਹੁਣ ਜਿਹੜਾ ਜਲੰਧਰ ਡਿਸਟ੍ਰਿਕਟ ਜੇਕਰ ਆਪਾਂ ਪੋਜ਼ਿਟਿਵ ਕੇਸਿਸ ਨੂੰ ਦੇਖੀਏ ਤੇ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਹੈ। ਤੇ ਜੇਕਰ ਅਸੀਂ ਮੌਤ ਦੀ ਦਰ ਜਾਂ ਕੇਸ ਫੈਟੈਲਿਟੀ ਰੇਟ ਦੇ ਹਿਸਾਬ ਨਾਲ ਦੇਖੀਏ ਤੇ ਅਸੀਂ 9ਵੇਂ ਨੰਬਰ ਤੇ ਹੈ ਪੰਜਾਬ ਦੇ ਵਿੱਚ, ਤੇ ਸਾਡੀ ਜਿਹੜੀ ਡੈਥ ਰੇਟ ਹੈ ਉਹ 2.46% ਹੈ। ਅਸੀਂ ਲਗਾਤਾਰ ਇਹੀ ਉਪਰਾਲੇ ਕਰਦੇ ਹਾਂ ਤੇ ਆਪ ਦੀ ਜੀ ਦੇ ਸਹਿਯੋਗ ਨਾਲ ਵੀ ਅਰਲੀ ਟੈਸਟਿੰਗ ਕਰਕੇ ਆਪਾਂ ਅਰਲੀ ਡਿਟੈਕਸ਼ਨ ਕਰੀਏ ਤਾਂ ਕਿ ਆਪਾਂ ਮੋਰਟੈਲਿਟੀ ਨੂੰ ਰਿਡਿਊਸ ਕਰ ਸਕੀਏ। ਤੇ ਜਿਹੜਾ ਮੋਰਟੈਲਿਟੀ ਜਾਂ ਡੈਥਸ ਨੂੰ ਜਦੋਂ ਅਸੀਂ ਐਨਾਲਾਈਜ਼ ਕਰਦੇ ਹਾਂ ਤੇ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਵੀ ਜਿਹੜੇ ਕੋਮੋਰਬਿਡ ਕੇਸਿਸ ਨੇ ਉਹ ਸਭ ਤੋਂ ਜ਼ਿਆਦਾ ਉਹਨਾਂ ਦੀ ਜਾਨ ਦਾ ਖਤਰਾ ਹੈ। ਇਸ ਕਰਕੇ ਸਾਡੀ ਬਾਰ-ਬਾਰ ਆਹੀ ਅਪੀਲ ਰਹਿੰਦੀ ਆਪ ਜੀ ਸਾਰਿਆਂ ਨੂੰ ਵੀ ਜੇਕਰ ਤੁਹਾਡੇ ਕੋਲ ਕੋਈ ਕੋਮੋਰਬਿਡਿਟੀ ਹੈ, ਖਾਸ ਕਰ ਡਾਇਬਟੀਜ਼, ਹਾਈਪਰਟੈਂਸ਼ਨ, ਇਹ ਦੋ ਜਿਹੜੀ ਪ੍ਰੋਬਲਮ ਹੈ ਉਹ ਸਭ ਤੋਂ ਜ਼ਿਆਦਾ ਕੇਸਿਸ ਦੇ ਵਿੱਚ ਆ ਰਹੀਆਂ ਨੇ। ਜਿਹੜੇ ਸਾਡੇ ਕੋਲ ਓਵਰਆਲ ਜਿਹੜੇ ਡੈਥਸ ਦੇ ਵਿੱਚ ਐਨਾਲਿਸਿਸ ਕਰਕੇ ਕੋਮੋਰਬਿਡਿਟੀਜ਼ ਅਸੀਂ ਕੱਢੀਆਂ ਨੇ, ਡਾਇਬਟੀਜ਼ ਇਸ ਚੋਂ 78 ਮਰੀਜ਼ਾਂ ਨੂੰ ਜਿਹੜੀ ਡਾਇਬਟੀਜ਼ ਸੀਗੀ ਤੇ ਹਾਈਪਰਟੈਂਸ਼ਨ 54 ਮਰੀਜ਼ ਨੂੰ ਸੀਗੀ ਔਰ 34 ਮਰੀਜ਼ਾਂ ਨੂੰ ਡਾਇਬਟੀਜ਼ ਤੇ ਹਾਈਪਰਟੈਂਸ਼ਨ ਦੋਨੋਂ ਸੀਗੀਆਂ। ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕਿ ਇਹ ਵੱਖ-ਵੱਖ ਕੋਮੋਰਬਿਡਿਟੀਜ਼ ਹੈ, ਜਿਹਦੇ ਵਿੱਚ ਹੋਰ ਵੀ ਕਿਸੇ ਨੂੰ ਕ੍ਰੋਨਿਕ ਕਿਡਨੀ ਡਿਸੀਜ਼ ਹੈ, ਕ੍ਰੋਨਿਕ ਆਬਸਟਰਕਟਿਵ ਪਲਮੋਨਰੀ ਡਿਸੀਜ਼ ਹੈ, ਕੋਰੋਨਰੀ ਆਰਟਰੀ ਡਿਸੀਜ਼ ਦੇ ਵੀ 8 ਮਰੀਜ਼ ਸੀਗੇ। ਸੋ ਇਸ ਟਾਈਪ ਦੀ ਕੋਮੋਰਬਿਡਿਟੀਜ਼ ਵੀ ਆਪ ਜੀ ਦੇ ਨਾਲ ਸਾਂਝਾ ਅਸੀਂ ਕਰ ਰਹੇ ਹਾਂ ਵੀ ਇਸ ਟਾਈਪ ਦੀ ਕਿਸੇ ਨੂੰ ਵੀ ਕੋਮੋਰਬਿਡਿਟੀ ਹੋਵੇ ਤਾਂ ਆਪਣਾ ਸਲਾਈਟੈਸਟ ਕੋਈ ਵੀ ਸਿੰਪਟਮ ਤੁਹਾਨੂੰ ਆਉਂਦਾ ਹੈ ਤਾਂ ਤੁਰੰਤ ਆਪਾਂ ਟੈਸਟ ਕਰਾਈਏ ਤੇ ਜ਼ਰੂਰ ਚੈੱਕ ਕਰਾਈਏ ਤਾਂ ਕਿ ਆਪਾਂ ਮੋਰਟੈਲਿਟੀ ਦੇ ਉੱਤੇ ਆਪਾਂ ਕੰਟਰੋਲ ਪਾ ਸਕਦੇ ਹਾਂ। ਜਦੋਂ ਮੈਂ ਪਹਿਲਾਂ ਅੱਜ ਤੋਂ 2.5 ਮਹੀਨੇ ਪਹਿਲਾਂ ਜਲੰਧਰ ਡਿਸਟ੍ਰਿਕਟ ਜਦੋਂ ਜੁਆਇਨ ਕੀਤਾ ਤੇ ਉਸ ਸਮੇਂ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਇਕੱਲੀ ਇੱਕ IMA ਸ਼ਾਹਕੋਟ ਦੀ ਫੈਸਿਲਿਟੀ ਹੀ ਰਨ ਹੋ ਰਹੀ ਸੀਗੀ। ਤੇ ਮੈਨੂੰ ਬੜੀ ਖੁਸ਼ੀ ਹੈ ਆਪ ਜੀ ਦੇ ਨਾਲ ਸਾਂਝਾ ਕਰਨ ਦੇ ਵਿੱਚ ਵੀ ਪ੍ਰਾਈਵੇਟ ਹਸਪਤਾਲ ਹੁਣ ਸਾਰੇ ਹੀ ਤਕਰੀਬਨ ਸਾਡੇ ਟ੍ਰੀਟਮੈਂਟ ਦੇ ਵਿੱਚ ਆ ਚੁੱਕੇ ਨੇ। 50 ਤੋਂ ਉੱਤੇ ਹਸਪਤਾਲ ਹੁਣ ਪ੍ਰਾਈਵੇਟ ਇਸ ਟਾਈਮ ਕੋਵਿਡ ਦੇ ਪੋਜ਼ਿਟਿਵ ਪੇਸ਼ੈਂਟ ਲੈ ਰਹੇ ਨੇ। ਤੇ ਮੈਂ ਬੈਡਸ ਦੀ ਇਨਫੋਰਮੇਸ਼ਨ ਹੁਣ ਸਾਡੇ ਕੋਲ ਬਹੁਤ ਹੀ ਕੰਫਰਟੇਬਲ ਪੋਜੀਸ਼ਨ ਹੈ। ਸਾਡੇ ਜਿਹੜੇ ਲੈਵਲ 1 ਦੇ ਬੈੱਡ ਹੁੰਦੇ ਆ ਜਿਹੜੇ ਆਈਸੋਲੇਸ਼ਨ ਲਈ ਉਹ 1800 ਬੈੱਡ ਚੋਂ ਇਕੱਲੇ ਇਸ ਟਾਈਮ 180 ਬੈੱਡ ਦੇ ਆਸ-ਪਾਸ ਹੀ ਆਕਿਊਪਾਈਡ ਨੇ ਤੇ 90% ਬੈੱਡ ਉਹ ਮਰੀਜ਼ਾਂ ਲਈ ਅਵੇਲੇਬਲ ਨੇ। ਲੈਵਲ 2 ਬੈੱਡ ਜਿਹੜੇ ਸਾਡੇ ਕੋਲ ਪਾਈਪਡ ਆਕਸੀਜਨ ਸਪਲਾਈ ਦੇ ਬੈੱਡ ਹੁੰਦੇ ਨੇ ਉਹ ਇਸ ਟਾਈਮ ਟੋਟਲ 765 ਬੈੱਡ ਸਾਡੇ ਕੋਲ ਅਵੇਲੇਬਲ ਨੇ, ਜਿਸ 'ਚ ਵੀ ਆਕਿਊਪੈਂਸੀ 50% ਤੋਂ ਘੱਟ ਹੈ ਤੇ 327 ਬੈੱਡ ਇਸ ਟਾਈਮ ਆਕਿਊਪਾਈਡ ਨੇ ਤੇ 438 ਜਿਹੜੇ ਬੈੱਡ ਹੈ ਅਵੇਲੇਬਲ ਨੇ। ਤੇ ਲੈਵਲ 3 ਬੈੱਡ ਜਿਹਨੂੰ ਆਪਾਂ ICU ਬੈੱਡ ਕਹਿੰਦੇ ਨੇ ਜਿੱਥੇ ਵਿਦ ਔਰ ਵਿਦਾਊਟ ਵੈਂਟੀਲੇਟਰ, ਉਹ 246 ਸਾਡੇ ਕੋਲ ਟੋਟਲ ਬੈੱਡਸ ਨੇ, ਜਿਸ 'ਚੋਂ 113 ਬੈੱਡ ਜਿਹੜੇ ਹੈਗੇ ਸਾਡੇ ਆਕਿਊਪਾਈਡ ਨੇ ਤੇ ਉਸ ਤੋਂ ਇਲਾਵਾ ਜਿਹੜੇ 54% ਬੈੱਡ ਅਵੇਲੇਬਲ ਨੇ। ਸੋ ਜਿਹੜੀ ਬੈੱਡਸ ਦੀ ਅਵੇਲੇਬਿਲਿਟੀ ਹੈ ਉਹ ਅਸੀਂ ਦਿਨ ਰਾਤ ਹਸਪੀਟਲ ਨਾਲ ਤਾਲਮੇਲ ਕਰਕੇ ਇਨਸ਼ੋਰ ਕਰਾਈਏ ਵੀ ਬੈੱਡਸ ਹਮੇਸ਼ਾ ਹੀ ਅਵੇਲੇਬਲ ਰਹਿਣ। ਤੇ ਇਹ ਬੈੱਡਸ ਦੀ ਇਨਫੋਰਮੇਸ਼ਨ ਹੈ ਅਸੀਂ ਆਪਣੀ ਜਲੰਧਰ ਡਿਸਟ੍ਰਿਕਟ ਦੀ ਪੋਰਟਲ ਤੇ ਵੀ ਅਪਡੇਟ ਕਰ ਰਹੇ ਹਾਂ, ਫੇਸਬੁੱਕ ਤੇ ਵੀ ਸਾਡੇ ਡੇਲੀ ਪੇਜ ਤੇ ਇਨਫੋਰਮੇਸ਼ਨ ਅਪਡੇਟਡ ਰਹਿੰਦੀ ਹੈ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਏ। ਕਈ ਵਾਰ ਸਾਡੇ ਕੋਲ ਜ਼ਰੂਰ ਕਾਲ ਆਉਂਦੀ ਹੈ ਕਿ ਜੀ ਇੱਕ ਪਾਰਟਿਕੂਲਰ ਹਸਪੀਟਲ ਦੇ ਵਿੱਚ ਬੈੱਡ ਨਹੀਂ ਹੈ ਤੇ ਇਹ ਜ਼ਰੂਰ ਹੋ ਸਕਦਾ ਕਿ ਕਿਸੇ ਇੱਕ ਹਸਪੀਟਲ ਜਾਂ 2 ਹਸਪੀਟਲ ਦੇ ਵਿੱਚ ਬੈੱਡ ਦੀ ਆਕਿਊਪੈਂਸੀ ਨਾ ਹੋਵੇ। ਤੇ ਇਸ ਕਰਕੇ ਆਪ ਜੀ ਦੇ ਨਾਲ ਜਿਹੜਾ ਸਾਡਾ ਕੰਟਰੋਲ ਰੂਮ ਨੰਬਰ ਹੈ 2224417 ਉਹ ਪਹਿਲਾਂ ਵੀ ਸਾਂਝਾ ਕੀਤਾ ਹੈ। ਤੁਸੀਂ ਕਿਸੇ ਵੀ ਟਾਈਮ ਇਸ ਨੰਬਰ ਤੇ ਕਾਲ ਕਰਕੇ ਲੇਟੈਸਟ ਬੈੱਡ ਦੀ ਪੋਜੀਸ਼ਨ ਚੈੱਕ ਕਰ ਸਕਦੇ ਹੋ। ਤੁਸੀਂ jalandhar.nic.in ਵੈਬਸਾਈਟ ਤੇ ਜਾ ਕੇ ਰੋਜ਼ ਅਪਡੇਟ ਹੁੰਦੀ ਹੈ ਇਸ ਤੇ ਬੈੱਡ ਦੀ ਅਵੇਲੇਬਿਲਿਟੀ ਤੇ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਫੇਸਬੁੱਕ ਪੇਜ ਤੇ ਵੀ ਡੇਲੀ ਅਪਡੇਟ ਹੁੰਦੀ ਹੈ ਬੈੱਡ ਦੀ ਅਵੇਲੇਬਿਲਿਟੀ ਕਿਸ ਸਮੇਂ ਵੀ। ਤੇ ਅਸੀਂ ਵੀ ਚਾਹੁੰਦੇ ਹਾਂ ਵੀ ਤੁਸੀਂ ਪਹਿਲਾਂ ਕਾਲ ਕਰਕੇ ਪਤਾ ਕਰਕੇ ਜਾਓ ਤਾਂ ਕਿ ਕੋਈ ਆਪਾਂ ਟ੍ਰੀਟਮੈਂਟ ਦੇ ਵਿੱਚ ਟਾਈਮ ਆਪਾਂ ਹੋਰ ਨਾ ਲਗਾਈਏ। ਤੇ ਰੇਟ ਵੀ ਫਿਕਸੇਸ਼ਨ ਦਾ ਜਿਹੜਾ ਹੈਗਾ ਜਿਹੜਾ RT-PCR ਟੈਸਟ ਹੈ ਉਹਦੇ ਗਵਰਨਮੈਂਟ ਵੱਲੋਂ 2400 ਰੁਪਏ ਮੈਕਸਿਮਮ ਫਿਕਸ ਕੀਤੇ ਗਏ ਨੇ ਤੇ 1000 ਰੁਪਏ ਜਿਹੜੇ ਹੈਗੇ ਰੈਪਿਡ ਐਂਟੀਜਨ ਟੈਸਟ ਦੇ ਫਿਕਸ ਕੀਤੇ ਗਏ ਨੇ। ਤੇ ਵੱਖ-ਵੱਖ ਹਸਪੀਟਲਾਂ ਵੱਲੋਂ ਲੈਵਲ 1, ਲੈਵਲ 2, ਲੈਵਲ 3 ਬੈੱਡ ਦੇ ਲਈ ਕੀ ਚਾਰजेस ਨੇ ਉਹ ਵੀ ਫਿਕਸ ਕੀਤੇ ਹੋਏ ਨੇ।
ਉਹ ਵੀ ਪਹਿਲਾਂ ਵੀ ਅਸੀਂ ਸ਼ੇਅਰ ਕਰ ਚੁੱਕੇ ਨੇ, ਸਾਡੇ ਫੇਸਬੁੱਕ ਪੇਜ ਤੇ ਐਡਮਿਨਿਸਟ੍ਰੇਸ਼ਨ ਦੀ ਵੈਬਸਾਈਟ ਤੇ ਅਵੇਲੇਬਲ ਨੇ। ਕੋਈ ਵੀ ਹਸਪੀਟਲ ਇਸ ਤੋਂ ਵੱਧ ਚਾਰਜ ਕਰਦਾ ਹੈ, ਕੋਈ ਵੀ ਪ੍ਰਾਈਵੇਟ ਲੈਬ ਵੱਧ ਚਾਰਜ ਕਰਦੀ ਹੈ, ਤੁਸੀਂ ਸਾਡੇ ਕੰਟਰੋਲ ਰੂਮ ਨੰਬਰ 222 44 17 ਤੇ ਵੀ ਕੰਪਲੇਂਟ ਕਰ ਸਕਦੇ ਹੋ। ਤੁਸੀਂ ਦਫ਼ਤਰ ਆ ਕੇ ਵੀ ਕੰਪਲੇਂਟ ਲਿਖਾ ਸਕਦੇ ਹੋ। ਅਸੀਂ ਜ਼ਰੂਰ ਸਖਤ ਐਕਸ਼ਨ ਲਵਾਂਗੇ ਡਿਫਾਲਟਰਸ ਦੇ ਅਗੇਂਸਟ। ਤੇ ਅੱਜ ਮੈਂ ਆਪ ਜੀ ਦੇ ਨਾਲ ਸਿਵਲ ਸਰਜਨ ਜਲੰਧਰ ਨੂੰ ਆਪ ਜੀ ਦੇ ਨਾਲ ਰੂਬਰੂ ਕਰਵਾਉਣਾ ਚਾਹੁੰਦਾ, ਤੇ ਉਹ ਟੈਕਨੀਕਲ ਡਿਟੇਲ ਦੱਸਣਗੇ ਵੀ ਕਿੱਦਾਂ ਤੁਸੀਂ ਹੋਰ ਜੇਕਰ ਹੋਮ ਆਈਸੋਲੇਸ਼ਨ ਦੇ ਅੰਡਰ ਹੋ ਜਾਂ ਤੁਹਾਡਾ ਟ੍ਰੀਟਮੈਂਟ ਚੱਲ ਰਿਹਾ, ਕਿਸ ਤਰੀਕੇ ਦੇ ਪ੍ਰੀਕਾਸ਼ਨ ਤੁਸੀਂ ਲੈ ਸਕਦੇ ਹੋ ਤਾਂ ਕਿ ਆਪਾਂ ਟਾਈਮਲੀ ਟ੍ਰੀਟਮੈਂਟ ਕਰਾ ਕੇ ਜਿਹੜੀ ਹੈ ਮੋਰਟੈਲਿਟੀ ਨੂੰ ਰਿਡਿਊਸ ਕਰਨਾ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਤੇ ਮੈਂ ਰਿਕੁਐਸਟ ਕਰਾਂਗਾ ਕਿ ਡਾਕਟਰ ਸਾਹਿਬ ਆਪ ਜੀ ਦੇ ਨਾਲ ਆਪਣੀ ਜਿਹੜੀ ਹੈ ਗੱਲਾਂ ਸਾਂਝਾ ਕਰਨਗੇ। ਜਿਹੜੀ ਇਹ ਕਰੋਨਾ ਦੀ ਮਹਾਮਾਰੀ ਹੈ ਇਹ ਆਪਣੇ ਪੂਰੇ ਪੰਖ ਜਿਹੜੀ ਹੈ ਫੈਲਾ ਚੁੱਕੀ ਹੈ, ਤੇ ਇਸ ਵੇਲੇ ਜਿਹੜਾ ਇਹਦਾ ਪੀਕ ਚੱਲ ਰਿਹਾ ਹੈਗਾ, ਖਾਸ ਕਰਕੇ ਜਦੋਂ ਦਾ ਅਗਸਤ ਦਾ ਮਹੀਨਾ ਸ਼ੁਰੂ ਹੋਇਆ ਇਹ ਪੀਕ ਤੇ ਪਹੁੰਚ ਚੁੱਕੀ ਹੈ ਬਿਮਾਰੀ। ਸੋ ਪਹਿਲਾਂ ਅਸੀਂ ਇਹਦੇ ਸਪਰੈਡ ਬਾਰੇ ਬਹੁਤ ਜ਼ਿਆਦਾ ਜਾਗਰੂਕ ਸੀ ਕਿ ਅਸੀਂ ਇਹਨੂੰ ਸਪਰੈਡ ਨੂੰ ਕਿਸ ਤਰ੍ਹਾਂ ਰੋਕਣਾ, ਤੇ ਉਹ ਜਿਹੜੇ ਵੀ ਤਰੀਕੇ ਅਸੀਂ ਅਪਣਾਉਣੇ ਸੀ ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ। ਸਰਕਾਰ ਦੀ ਵੀ ਪੂਰੀ ਕੋਸ਼ਿਸ਼ ਰਹੀ ਹੈ, ਹੈਲਥ ਡਿਪਾਰਟਮੈਂਟ ਦੀ ਵੀ, ਕਿ ਅਸੀਂ ਇਹਦੀ ਸਪਰੈਡ ਨੂੰ ਘਟਾ ਸਕੀਏ ਤੇ ਸਲੋ ਡਾਊਨ ਕਰ ਸਕੀਏ। ਪਰ ਜਿਸ ਤਰ੍ਹਾਂ ਕਹਿੰਦੇ ਕਿ ਜੇ ਰੋਜ਼ ਥੋੜੀ ਬਾਰਿਸ਼ ਵੀ ਹੁੰਦੀ ਰਹੇ ਤਾਂ ਕਿਤੇ ਨਾ ਕਿਤੇ ਉਹ ਸੈਲਾਬ ਦਾ ਰੂਪ ਧਾਰਨ ਕਰ ਲੈਂਦੀ ਹੈ। ਸੋ ਇਸੇ ਕਰਕੇ ਹੁਣ ਸਾਡੀ ਇਸ ਵੇਲੇ ਪੀਕ ਇਸ ਬਿਮਾਰੀ ਦੀ ਪਹੁੰਚ ਚੁੱਕੀ ਹੈ, ਤੇ ਹੁਣ ਅਸੀਂ ਦੇਖਣਾ ਕਿ ਇਹਨੂੰ ਅਸੀਂ ਕਿਸ ਤਰ੍ਹਾਂ ਰੋਕਣਾ, ਫਰਦਰ ਸਪਰੈਡ ਕਿਸ ਤਰ੍ਹਾਂ ਰੋਕਣਾ, ਤੇ ਜੇਕਰ ਕੋਈ ਪੋਜ਼ਿਟਿਵ ਹੋ ਜਾਂਦਾ ਤਾਂ ਉਹਦਾ ਮੈਨੇਜ ਕਿਵੇਂ ਕਰਨਾ ਹੈ, ਉਹਦਾ ਇਲਾਜ ਕਿਸ ਤਰ੍ਹਾਂ ਕਰਾਉਣਾ, ਉਹਦੇ ਬਾਰੇ ਮੈਂ ਅੱਜ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ, ਤਾਂ ਕਿ ਤੁਹਾਡੇ ਵੀ ਜਿਹੜੇ ਮਨਾਂ ਦੇ ਵਿੱਚ ਕੋਈ ਸ਼ੰਕੇ ਹੋਣਗੇ ਉਹ ਸ਼ਾਇਦ ਉਹਦੇ ਨਾਲ ਦੂਰ ਹੋ ਜਾਣ। ਸਭ ਤੋਂ ਪਹਿਲਾਂ ਤਾਂ ਇੰਪੋਰਟੈਂਟ ਗੱਲ ਹੈਗੀ ਹੈ ਕਿ ਸਾਨੂੰ ਜਿਹੜਾ ਆਪਣਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ। ਕਈ ਲੋਕ ਇਹ ਸਾਡੇ ਨਾਲ ਆ ਕੇ ਬਹਿਸ ਵੀ ਕਰਦੇ ਆ ਕਿ ਸਾਡਾ ਟੈਸਟ ਕਰਵਾਉਣ ਲਈ ਕਿਉਂ ਕਿਹਾ ਜਾ ਰਿਹਾ, ਕਿਉਂਕਿ ਜਦ ਸਾਨੂੰ ਕੋਈ ਸਿੰਪਟਮਸ ਨਹੀਂ ਹੈਗੇ, ਸਾਨੂੰ ਕੋਈ ਲੱਛਣ ਨਹੀਂ ਹੈਗੇ, ਅਸੀਂ ਟੈਸਟ ਕਿਉਂ ਕਰਵਾਈਏ। ਮੈਂ ਉਹਦੇ 'ਚ ਇਹੀ ਸਲਾਹ ਦੇਵਾਂਗੀ ਕਿ ਉਹ ਲੋਕ ਜ਼ਰੂਰ ਟੈਸਟ ਕਰਵਾਉਣ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਪੋਜ਼ਿਟਿਵ ਆ ਜਾਂਦਾ, ਜਾਂ ਕੋਈ ਮੁਹੱਲੇ ਦੇ ਵਿੱਚ ਆਂਢ ਗੁਆਂਢ ਦੇ ਵਿੱਚ ਪੋਜ਼ਿਟਿਵ ਆ ਜਾਂਦਾ, ਜਿਹਨੂੰ ਉਹ ਹੋ ਸਕਦਾ ਪਿਛਲੇ ਕੁਝ ਦਿਨਾਂ ਵਿੱਚ ਜਾਣੇ ਅਣਜਾਣੇ ਮਿਲ ਕੇ ਆਏ ਹੋਣ, ਜਾਂ ਕਿਸੇ ਐਸੀ ਦੁਕਾਨ 'ਤੇ ਜਿੱਥੇ ਉਹ ਆਪਣਾ ਕੋਈ ਸੌਦਾ ਲੈਣ ਗਏ ਹੈ, ਕੋਈ ਦਵਾਈ ਲੈਣ ਗਏ ਹੈ, ਕੈਮਿਸਟ ਦੀ ਸ਼ਾਪ 'ਤੇ ਗਏ ਹੈ, ਜਾਂ ਉਹਨਾਂ ਨੇ ਪ੍ਰੀਕਾਸ਼ਨਸ ਨਹੀਂ ਲਿੱਤੀਆਂ, ਉਹਨਾਂ ਨੂੰ ਪਤਾ ਹੈ ਅੰਦਰੋਂ ਕਿ ਮੈਂ ਮਾਸਕ ਨਹੀਂ ਲਗਾਇਆ ਸੀਗਾ, ਜਾਂ ਮੈਂ ਆਪਣੇ ਹੱਥ ਬਾਰ-ਬਾਰ ਨਹੀਂ ਧੋਂਦਾ, ਜਾਂ ਕੋਈ ਧਰਨਿਆਂ 'ਤੇ ਗਿਆ, ਕੋਈ ਵਿਆਹਾਂ 'ਤੇ ਗਿਆ ਜਿੱਥੇ ਉਹਨੇ ਪ੍ਰੀਕਾਸ਼ਨਸ ਨਹੀਂ ਲਿੱਤੀਆਂ, ਤਾਂ ਉਸ ਜਿਹੜੀ ਵਿਅਕਤੀ ਨੂੰ ਆਪਣਾ ਜਿਹੜਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ। ਤੇ ਦੂਸਰਾ ਜੇ ਆਪਾਂ ਲਈਏ ਕਿ ਜੇ ਸਪੋਜ਼ ਇੱਕ ਬੰਦਾ ਟੈਸਟ ਕਰਵਾਉਂਦਾ ਔਰ ਉਹ ਪੋਜ਼ਿਟਿਵ ਆ ਜਾਂਦਾ ਤਾਂ ਫਿਰ ਸਾਨੂੰ ਕੀ ਕਰਨਾ ਹੈ। ਇਹਦੇ ਵਿੱਚ ਦੋ ਤਰ੍ਹਾਂ ਦੇ ਜਿਹੜੇ ਬਿਮਾਰੀ ਦੇ ਜਿਹੜੇ ਹੈਗੇ, ਦੋ ਤਰ੍ਹਾਂ ਦੇ ਵਿਅਕਤੀ ਹੋ ਸਕਦੇ ਨੇ। ਇੱਕ ਹੋ ਸਕਦਾ ਹੈ ਏਸਿਮਪਟੋਮੈਟਿਕ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਕੋਈ ਲੱਛਣ ਨਹੀਂ ਹੈ, ਔਰ ਉਹਦੇ ਵਿੱਚ ਜਿਹੜੇ ਹੈਗੇ ਲੋਕ ਉਹ ਕਹਿਣਗੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਸਾਨੂੰ ਇਨਫੈਕਸ਼ਨ ਹੈ ਤੇ ਸਾਨੂੰ ਲੱਛਣ ਨਹੀਂ ਹੈ, ਕਿਉਂਕਿ ਉਹ ਇਸ ਕਰਕੇ ਨਹੀਂ ਕਿ ਉਹਦੀ ਜਿਹੜੀ ਆਪਣੀ ਇਮਿਊਨਿਟੀ ਹੈਗੀ ਹੈ ਬਾਡੀ ਦੀ, ਉਹਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਹੈਗੀ ਹੈ ਉਹ ਇੰਨੀ ਕੁ ਜ਼ਿਆਦਾ ਹੈਗੀ ਹੈ ਕਿ ਉਹਦੇ ਵਿੱਚ ਬਿਮਾਰੀ ਦੇ ਲੱਛਣ ਨਹੀਂ ਪੈਦਾ ਹੁੰਦੇ, ਪਰ ਉਹ ਬਿਮਾਰੀ ਜਿਹੜਾ ਫੈਲਾਉਣ ਦੇ ਕਾਬਿਲ ਹੈਗਾ, ਉਹ ਇੱਕ ਕੈਰੀਅਰ ਹੈਗਾ। ਉਹ ਆਪਣੇ ਆਂਢ ਗੁਆਂਢ, ਆਪਣੇ ਘਰ ਦੇ ਵਿੱਚ, ਖਾਸ ਕਰਕੇ ਜਿਹੜੇ ਬਜ਼ੁਰਗ ਬੰਦੇ ਨੇ ਜਾਂ ਕੋਮੋਰਬਿਡ ਵਾਲੇ ਡਿਜ਼ੀਜ਼ਸ ਵਾਲੇ ਬੰਦੇ ਨੇ, ਉਹਨਾਂ ਨੂੰ ਇਹ ਬਿਮਾਰੀ ਜਿਹੜੀ ਹੈ ਬਹੁਤ ਛੇਤੀ ਲੱਗ ਜਾਂਦੀ ਹੈ। ਸੋ ਉਹਨਾਂ ਨੂੰ ਜਿਹੜੇ ਏਸਿਮਪਟੋਮੈਟਿਕਸ ਹੈਗੇ ਨੇ ਉਹਨਾਂ ਨੂੰ ਆਪਣੇ ਆਪ ਨੂੰ ਹੋਮ ਆਈਸੋਲੇਟ ਕਰਕੇ ਰੱਖਣਾ ਚਾਹੀਦਾ ਤਾਂ ਕਿ ਉਹ ਅੱਗੋਂ ਫਰਦਰ ਇਹ ਜਿਹੜੀ ਬਿਮਾਰੀ ਨਾ ਫੈਲਾਣ। ਤੇ ਦੂਸਰੀ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਮਰੀਜ਼ ਕਿਹੜੇ ਨੇ, ਜਿਹੜੇ ਸਿੰਪਟੋਮੈਟਿਕ ਹੈਗੇ ਨੇ, ਜਿਨ੍ਹਾਂ ਨੂੰ ਕੋਈ ਸਿੰਪਟਮਸ ਹੈਗੇ ਨੇ ਜਾਂ ਲੱਛਣ ਹੈਗੇ ਨੇ। ਲੱਛਣ ਕੀ ਹੋ ਸਕਦੇ ਆ? ਬੁਖਾਰ ਹੋ ਸਕਦਾ, ਖਾਂਸੀ, ਗਲਾ ਖਰਾਬ, ਜ਼ੁਕਾਮ, ਵੀਕਨੈਸ ਹੋ ਸਕਦੀ ਹੈ, ਜਾਂ ਉਹਨੂੰ ਜਿਹੜੀ ਸਾਹ ਲੈਣ ਦੇ ਵਿੱਚ ਦਿੱਕਤ ਆਉਂਦੀ ਹੈ, ਸਾਹ ਔਖਾ ਆਉਂਦਾ, ਛਾਤੀ ਦੇ ਵਿੱਚ ਦਰਦ ਹੋ ਸਕਦੀ ਹੈ। ਤੇ ਸੋ ਇਹ ਜਿਹੜੇ ਸਿੰਪਟਮਸ ਹੈਗੇ ਆ, ਔਰ ਹੋ ਸਕਦਾ ਉਹਨੂੰ ਖਾਲੀ ਬੁਖਾਰ ਆਵੇ। ਔਰ ਬਹੁਤ ਸਾਰੇ ਲੋਕ ਜਿਹੜੇ ਹੈਗਾ ਇਸ ਚੀਜ਼ ਨੂੰ ਇਗਨੋਰ ਕਰ ਦਿੰਦੇ, ਉਹਨਾਂ ਨੂੰ ਲੱਗਦਾ ਕਿ ਸਿੰਪਲ ਬੁਖਾਰ ਹੈ, ਮੌਸਮੀ ਬੁਖਾਰ ਹੋਏਗਾ। ਹੋ ਸਕਦਾ ਹੈ ਕਿ ਇਹ ਸੀਜ਼ਨ ਜਿਹੜਾ ਮੌਸਮੀ ਬੁਖਾਰ ਦਾ ਸੀਜ਼ਨ ਹੈਗਾ, ਔਰ ਇਹਦੇ ਵਿੱਚ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਨੇ ਬੁਖਾਰ ਦੇ। ਇਹਦੇ ਵਿੱਚ ਡੇਂਗੂ ਦਾ ਸੀਜ਼ਨ ਹੈਗਾ, ਡੇਂਗੂ ਹੋ ਸਕਦਾ, ਮਲੇਰੀਆ ਹੋ ਸਕਦਾ, ਕੋਈ ਇਨਫੈਕਸ਼ਨ ਹੋ ਸਕਦੀ ਹੈ, ਕੋਈ ਵਾਇਰਲ ਹੈਪੇਟਾਈਟਸ ਹੋ ਸਕਦਾ, ਟਾਈਫਾਇਡ ਹੋ ਸਕਦਾ। ਸੋ ਇਹ ਜਿਹੜੇ ਸਿੰਪਟਮਸ ਹੈ ਇਹਨਾਂ ਨੂੰ ਇਗਨੋਰ ਨਹੀਂ ਕਰਨਾ ਬਿਲਕੁਲ ਵੀ। ਮੇਰੀ ਇਹੀ ਐਡਵਾਈਸ ਹੈ ਕਿ ਜਦੋਂ ਵੀ ਇਹ ਮਾਈਲਡ ਸਿੰਪਟਮਸ ਵੀ ਆਉਂਦੇ ਆ ਤਾਂ ਕਿਰਪਾ ਕਰਕੇ ਆਪਣੇ ਜਿਹੜੇ ਲਾਗੇ ਦੇ ਡਾਕਟਰ ਹੈਗੇ ਨੇ, ਚਾਹੇ ਉਹ ਸਰਕਾਰੀ ਹਸਪਤਾਲ ਹੈ ਜਾਂ ਪ੍ਰਾਈਵੇਟ ਹਸਪਤਾਲ ਹੈ, ਉਹਨਾਂ ਕੋਲ ਜਾ ਕੇ ਚੈੱਕਅਪ ਜ਼ਰੂਰ ਕਰਾਓ ਤਾਂ ਕਿ ਹਰ ਤਰ੍ਹਾਂ ਦੇ ਤੁਹਾਡੇ ਟੈਸਟ ਕੀਤੇ ਜਾ ਸਕਣ, ਤੇ ਨਾਲ ਹੀ ਕਰੋਨਾ ਦਾ ਵੀ ਟੈਸਟ ਕੀਤਾ ਜਾ ਸਕੇ ਕਿ ਕੀ ਇਹ ਕਰੋਨਾ ਦੇ ਸਿੰਪਟਮ ਤਾਂ ਨਹੀਂ ਹੈਗੇ, ਕਿਉਂਕਿ ਸਾਰਿਆਂ ਨੂੰ ਪਤਾ ਸਾਨੂੰ ਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ, ਤੇ ਜੇ ਇਹ ਬਿਮਾਰੀ ਵੱਧ ਜਾਂਦੀ ਹੈ,
ਸਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਤਾਂ ਅਸੀਂ ਮੌਤ ਨੂੰ ਵੀ ਦਾਵਤ ਦੇ ਸਕਦੇ ਹਾਂ। ਸੋ ਜਿਹੜੇ ਲੋਕ ਅਕਸਰ ਕਈ ਵਾਰੀ ਇਸ ਕਰਕੇ ਵੀ ਟੈਸਟ ਨਹੀਂ ਕਰਾਉਂਦੇ, ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਪੋਜ਼ਿਟਿਵ ਆ ਗਏ ਤਾਂ ਸਾਨੂੰ ਸ਼ਾਇਦ ਹਸਪਤਾਲ ਦੇ ਵਿੱਚ ਦਾਖਲ ਕਰਾ ਦਿੱਤਾ ਜਾਏਗਾ। ਉਹ ਮੈਂ ਸਾਰਿਆਂ ਨੂੰ, ਆਪਣੇ ਜਲੰਧਰ ਵਾਸੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈ। ਕੋਈ ਤੁਹਾਨੂੰ ਜ਼ਬਰਦਸਤੀ ਹਸਪਤਾਲ ਦੇ ਵਿੱਚ ਦਾਖਲ ਨਹੀਂ ਕਰਵਾਏਗਾ। ਇਹਦੇ ਵਿੱਚ ਗਵਰਨਮੈਂਟ ਨੇ ਪ੍ਰੋਵੀਜ਼ਨ ਦਿੱਤੀ ਹੈ ਕਿ ਹੋਮ ਆਈਸੋਲੇਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਹੋਮ ਆਈਸੋਲੇਟ ਕਰ ਸਕਦੇ ਹੋ, ਪਰ ਉਹਦੇ ਵਿੱਚ ਕੁਝ ਕੰਡੀਸ਼ਨਸ ਹੈਗੀਆਂ ਨੇ। ਇੱਕ ਤਾਂ ਤੁਹਾਨੂੰ ਅੰਡਰਟੇਕਿੰਗ ਦੇਣੀ ਪਏਗੀ ਕਿ ਹਾਂ ਮੇਰੇ ਘਰ ਦੇ ਵਿੱਚ ਸੈਪਰੇਟ ਰਹਿਣ ਦੀ ਫੈਸਿਲਿਟੀ ਹੈਗੀ ਹੈ, ਮੇਰੇ ਕੋਲ ਅਲੱਗ ਕਮਰਾ ਹੈਗਾ, ਅਲੱਗ ਬਾਥਰੂਮ ਹੈਗਾ, ਔਰ ਦੂਸਰਾ ਕਿ ਮੇਰੇ ਕੋਲ ਜਿਹੜਾ ਇਸ ਡਾਕਟਰ ਜਿਹੜਾ ਹੈਗਾ ਉਹ ਉਹਨੂੰ ਸਰਟੀਫਾਈ ਕਰੇਗਾ ਕਿ ਹਾਂ ਵਾਕਿਆ ਹੀ ਇਹਦੇ ਜਿਹੜੇ ਹੈਗੇ ਆ ਇਹਨੂੰ ਕੋਈ ਲੱਛਣ ਨਹੀਂ ਹੈਗੇ, ਇਹ ਆਪਣੇ ਘਰ ਦੇ ਵਿੱਚ ਰਹਿ ਸਕਦਾ ਤੇ ਇਹਨੂੰ ਅਸੀਂ ਅੰਡਰ ਆਬਜ਼ਰਵੇਸ਼ਨ ਰੱਖਾਂਗੇ। ਔਰ ਉਹਦੇ ਵਿੱਚ ਮਰੀਜ਼ ਨੂੰ ਚਾਹੀਦਾ ਹੈ ਕਿ ਆਪਣੇ ਘਰ ਦੇ ਵਿੱਚ ਇੱਕ ਸੈਪਰੇਟ ਥਰਮਾਮੀਟਰ, ਇੱਕ ਪਲਸ ਆਕਸੀਮੀਟਰ ਜਿਹਦੇ ਨਾਲ ਕਿ ਉਹਦੇ ਲੰਗਸ ਦੇ ਵਿੱਚ ਕਿੰਨੀ ਆਕਸੀਜਨ ਦੀ ਮਾਤਰਾ ਹੈ ਉਹਨੂੰ ਨਾਪਿਆ ਜਾ ਸਕੇ। ਤੇ ਜੇ ਉਹ ਬਲੱਡ ਪ੍ਰੈਸ਼ਰ ਦਾ ਪ੍ਰੋਬਲਮ ਹੈਗੀ ਹੈ ਤਾਂ ਬਲੱਡ ਪ੍ਰੈਸ਼ਰ ਦਾ ਆਪਰੇਟਸ ਉਹਨੂੰ ਰੱਖਣਾ ਚਾਹੀਦਾ ਹੈ। ਜੇ ਡਾਇਬੀਟੀਜ਼ ਦਾ ਹੈਗਾ ਤਾਂ ਡਾਇਬੀਟੀਜ਼ ਟੈਸਟ ਕਰਨ ਵਾਸਤੇ ਉਹਦੇ ਕੋਲ ਆਪਰੇਟਸ ਹੋਣਾ ਚਾਹੀਦਾ। ਸੋ ਇਹ ਚੀਜ਼ਾਂ ਆਪਣੇ ਘਰ ਦੇ ਵਿੱਚ ਉਹ ਰੱਖ ਕੇ ਆਪਣੇ ਆਪ ਨੂੰ ਅਲੱਗ ਹੋਮ ਆਈਸੋਲੇਟ ਕਰ ਸਕਦਾ, ਪਰ ਡਾਕਟਰ ਦੀ ਸਲਾਹ ਦੇ ਨਾਲ। ਕਿਉਂਕਿ ਮੈਜੋਰਟੀ ਮੈਂ ਦੇਖਣ 'ਚ ਸਾਡੇ 'ਚ ਆਇਆ ਕਿ ਲੋਕ ਜਿਹੜੇ ਹੈਗੇ ਆ ਆਪਣੇ ਆਪ ਹੀ ਜਿਹੜੇ ਡਾਕਟਰ ਬਣ ਜਾਂਦੇ ਆ, ਆਪਣੇ ਆਪ ਹੀ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਆ, ਇੱਧਰੋਂ ਉੱਧਰੋਂ ਪੁੱਛ ਕੇ ਜਾਂ ਸੋਸ਼ਲ ਮੀਡੀਆ ਤੋਂ ਜੋ ਗੱਲਾਂ ਪੜ੍ਹਦੇ ਨੇ। ਤੇ ਕਈ ਇਹ ਕੈਮਿਸਟਾਂ ਤੋਂ ਜਾ ਕੇ ਦਵਾਈ ਲੈ ਲੈਂਦੇ ਨੇ, ਜਾਂ ਆਰਐਮਪੀ ਡਾਕਟਰਸ ਜਿਨ੍ਹਾਂ ਨੂੰ ਕਰੋਨਾ ਬਾਰੇ ਬਹੁਤੀ ਨੌਲੇਜ ਨਹੀਂ ਹੈਗੀ, ਉਹਨਾਂ ਤੋਂ ਟਰੀਟਮੈਂਟ ਲੈ ਕੇ ਘਰ ਬੈਠੇ ਰਹਿੰਦੇ ਨੇ ਤੇ ਨਾ ਆਪਣਾ ਟੈਸਟ ਕਰਵਾਉਂਦੇ ਆ ਤੇ ਨਾ ਉਹ ਆਪਣਾ ਪ੍ਰੋਪਰ ਇਲਾਜ ਕਰਾਉਂਦੇ ਆ। ਕਿਉਂਕਿ ਇਹਦੇ ਵਿੱਚ ਬਹੁਤ ਜਿਹੜੇ ਅਲਾਰਮਿੰਗ ਸਾਈਨਸ ਹੁੰਦੇ ਨੇ, ਉਹ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ। ਜੇ ਅਸੀਂ ਹੋਮ ਆਈਸੋਲੇਸ਼ਨ ਵੀ ਲੈਂਦੇ ਆ ਤਾਂ ਹਮੇਸ਼ਾ ਆਪਣਾ ਧਿਆਨ ਰੱਖਣਾ, ਦਿਨ 'ਚ 3 ਵਾਰੀ ਕਮ ਸੇ ਕਮ ਜਿਹੜੀ ਆਪਣੀ ਆਕਸੀਜਨ ਸੈਚੂਰੇਸ਼ਨ ਚੈੱਕ ਕਰਨੀ ਹੈ ਕਿ ਉਹ ਘੱਟ ਤਾਂ ਨਹੀਂ ਰਹੀ। ਜੇ 95% ਤੋਂ ਘਟਦੀ ਹੈ ਤਾਂ ਇਮੀਡੀਏਟਲੀ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਉਹਨਾਂ ਦੀ ਉਸ ਏਰੀਆ ਦੀ, ਅਸੀਂ ਸਾਰੇ ਜਿਹੜੇ ਜਲੰਧਰ ਦੇ ਵਿੱਚ ਏਰੀਆ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਵੰਡੇ ਹੋਏ ਆ ਔਰ ਉਹਨਾਂ 'ਤੇ ਮੋਨੀਟਰਿੰਗ ਟੀਮਸ ਲਗਾਈਆਂ ਹੋਈਆਂ। ਉਹਨਾਂ ਨੂੰ ਚਾਹੀਦਾ ਕਿ ਉਹ ਮੋਨੀਟਰਿੰਗ ਟੀਮਸ ਦਾ ਜਿਹੜਾ ਆਪਣੇ ਕੋਲ ਫ਼ੋਨ ਨੰਬਰ ਰੱਖਣ, ਤਾਂ ਕਿ ਮਾੜੇ ਜੇ ਵੀ ਉਹਨਾਂ ਨੂੰ ਕੋਈ ਇਹੋ ਜਿਹੇ ਸਿੰਪਟਮਸ ਆਉਂਦੇ ਆ ਜਿਹੜੇ ਕਿ ਅਲਾਰਮਿੰਗ ਸਾਈਨਸ ਹੈਗੇ ਆ, ਡੇਂਜਰਸ ਹੋ ਸਕਦੇ ਆ, ਤਾਂ ਉਹ ਇਮੀਡੀਏਟਲੀ ਉਸ ਟੀਮ ਨੂੰ ਇਨਫੋਰਮ ਕਰਨ ਤਾਂ ਕਿ ਉਹ ਟੀਮ ਉਹਨਾਂ ਨੂੰ ਟਾਈਮਲੀ ਹੈਲਪ ਦੇ ਕੇ ਤੇ ਹਸਪੀਟਲ ਦੇ ਵਿੱਚ ਸ਼ਿਫਟ ਕਰਾ ਸਕੇ। ਸੋ ਮੈਂ ਸਾਰੇ ਆਪਣੇ ਜਲੰਧਰ ਵਾਸੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਇਹਨੂੰ, ਜਿਹੜੀ ਬਿਮਾਰੀ ਨੂੰ ਸਟਿਗਮਾ ਨਾ ਸਮਝੋ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਜੇ ਸਾਨੂੰ ਪੋਜ਼ਿਟਿਵ ਆ ਜਾਵਾਂਗੇ ਸਾਡੇ ਘਰ ਦੇ ਬਾਹਰ ਸਟਿੱਕਰ ਲੱਗ ਜਾਏਗਾ। ਸਟਿੱਕਰ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਅਸੀਂ ਸੁਸਾਇਟੀ ਤੋਂ ਛੇਕ ਦੇਣਾ। ਉਹਦਾ ਮਤਲਬ ਇਹ ਹੈ ਕਿ ਤਾਂ ਕਿ ਆਲੇ ਦੁਆਲੇ ਲੋਕਾਂ ਨੂੰ ਪਤਾ ਹੋਵੇ ਕਿ ਇਸ ਘਰ ਦੇ ਵਿੱਚ ਇਸ ਬਿਮਾਰੀ ਦਾ ਬਿਮਾਰ ਹੈਗਾ ਤੇ ਅਸੀਂ ਉਹਦੀ ਪੂਰੀ ਹੈਲਪ ਕਰਨੀ ਹੈ। ਜੇ ਲੋੜ ਪੈਂਦੀ ਹੈ ਉਹ ਸਾਨੂੰ ਫੋਨ ਕਰਦਾ, ਅਸੀਂ ਉਹਨੂੰ ਡਾਕਟਰੀ ਜਿਹੜੀ ਹੈ ਹੈਲਪ ਮੁਹੱਈਆ ਕਰਵਾਉਣੀ ਹੈ। ਅਸੀਂ ਉਹਦੇ ਘਰ ਨਹੀਂ ਜਾਣਾ ਕਿਉਂਕਿ ਉਹ ਬਿਮਾਰ ਹੈ ਔਰ ਸਾਨੂੰ ਵੀ ਉਹ ਬਿਮਾਰੀ ਲੱਗ ਸਕਦੀ ਹੈ। ਪਲੱਸ ਉਸ ਬੰਦੇ ਨੂੰ ਵੀ ਥੋੜ੍ਹਾ ਡਰ ਰਹਿੰਦਾ ਕਿ ਮੇਰੇ ਘਰ 'ਚ ਸਟਿੱਕਰ ਲੱਗਾ ਹੋਇਆ ਤੇ ਮੈਂ ਘਰੋਂ ਬਾਹਰ ਨਹੀਂ ਨਿਕਲਣਾ। ਔਰ ਜਿੰਨੇ ਦਿਨ ਡਾਕਟਰ ਐਡਵਾਈਸ ਕਰਦੇ ਨੇ, ਜਿਹੜਾ ਕਿ ਨਾਰਮਲੀ 17 ਦਿਨ ਅਸੀਂ ਲੈਂਦੇ ਹਾਂ ਹੋਮ ਆਈਸੋਲੇਸ਼ਨ, ਤਾਂ ਉਹਨੇ ਦਿਨ ਹੋਮ ਆਈਸੋਲੇਸ਼ਨ ਰਹਿਣਾ ਔਰ ਆਪਣੇ ਘਰਦਿਆਂ ਨਾਲ ਵੀ ਮਿਕਸਅਪ ਨਹੀਂ ਹੋਣਾ। ਸੋ ਇਸ ਚੀਜ਼ ਨੂੰ ਸਟਿਗਮਾ ਨਹੀਂ ਲੈਣਾ ਚਾਹੀਦਾ ਕਿ ਇਹ ਬਿਮਾਰੀ ਹੋ ਗਈ, ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ। ਹਾਂ, ਜੇ ਤੁਸੀਂ ਧਿਆਨ ਨਹੀਂ ਦਿੰਦੇ, ਆਪਣੇ ਆਪ ਮਾਸਕ ਨਹੀਂ ਲਗਾਉਂਦੇ, ਹੱਥ ਬਾਰ-ਬਾਰ ਨਹੀਂ ਧੋਂਦੇ, ਜਾਂ ਬਾਰ-ਬਾਰ ਆਪਣੇ ਨੱਕ ਮੂੰਹ ਨੂੰ ਟੱਚ ਕਰਦੇ ਰਹਿੰਦੇ ਹੋ ਆਪਣੇ ਹੱਥਾਂ ਦੇ ਨਾਲ, ਜਾਂ ਸੋਸ਼ਲ ਡਿਸਟੈਂਸ ਮੇਨਟੇਨ ਨਹੀਂ ਕਰਦੇ, ਜਾਂ ਇਹੋ ਜਿਹੀਆਂ ਭੀੜ ਭੜੱਕੇ ਵਾਲੀਆਂ ਥਾਵਾਂ 'ਚ ਜਾਂਦੇ ਹੋ, ਤਾਂ ਡੈਫੀਨੇਟਲੀ ਤੁਹਾਡਾ ਕਸੂਰ ਗਿਣਿਆ ਜਾਏਗਾ। ਪਰ ਜੇ ਆਪਾਂ ਸਾਰੇ ਇਹ ਪ੍ਰੀਕਾਸ਼ਨਸ ਲੈ ਰਹੇ ਹਾਂ ਪਰ ਫਿਰ ਵੀ ਕਿਸੇ ਨੂੰ ਹੋ ਜਾਂਦੀ ਤਾਂ ਇਹਦੇ ਵਿੱਚ ਕੋਈ ਸਟਿਗਮੇ ਵਾਲੀ ਗੱਲ ਨਹੀਂ ਹੈ। ਸੋ ਮੈਂ ਅਖੀਰ ਦੇ ਵਿੱਚ ਆਪਣੇ ਸ਼ਹਿਰ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾਓ ਤੇ ਨਾਲ ਦੇ ਨਾਲ ਜੇ ਤੁਸੀਂ ਆਪਣੇ ਆਪ ਦਾ ਬਚਾਅ ਕਰ ਲਓਗੇ ਤਾਂ ਤੁਸੀਂ ਆਪਣੇ ਘਰਦਿਆਂ ਦਾ ਔਰ ਆਪਣੇ ਸੁਸਾਇਟੀ ਦੀ ਵੀ ਜਿਹੜੀ ਹੈ ਉਹਨਾਂ ਨੂੰ ਵੀ ਬਚਾਅ ਕਰ ਸਕੋਗੇ। ਤੁਸੀਂ ਸਿਰਫ ਆਪਣੇ ਤੱਕ ਹੀ ਨਹੀਂ ਮੁਨਹਸਰ ਨਹੀਂ ਰਹਿਣਾ ਕਿ ਅਸੀਂ ਆਪਣੇ ਆਪ ਨੂੰ ਬਚਾਉਣਾ, ਬਲਕਿ ਅਸੀਂ ਸੁਸਾਇਟੀ ਨੂੰ ਉਹ ਕਰਦੇ ਹਾਂ। ਇਹ ਸੁਸਾਇਟੀ ਨੇ ਸਾਨੂੰ ਸਭ ਕੁਝ ਦਿੱਤਾ ਤਾਂ ਅਸੀਂ ਉਹਦੇ ਬਚਾਅ ਵਾਸਤੇ ਵੀ ਉਨਾ ਹੀ ਸੋਚਣਾ। ਸੋ ਆਪਾਂ ਆਓ ਸਾਰੇ ਰਲ ਮਿਲ ਕੇ ਜਿਹੜੀਆਂ ਪ੍ਰੀਕਾਸ਼ਨਸ ਹੈਗੀਆਂ ਨੇ ਇਹਨਾਂ ਨੂੰ ਅਸੀਂ ਫੋਲੋ ਕਰੀਏ ਤਾਂ ਕਿ ਅਸੀਂ ਆਪ ਵੀ ਸੇਫ ਰਹਿ ਸਕੀਏ ਤੇ ਆਪਣੀ ਸੁਸਾਇਟੀ ਨੂੰ ਵੀ ਸੇਫ ਰੱਖ ਸਕੀਏ। ਥੈਂਕ ਯੂ ਸੋ ਮਚ। ਜੈ ਹਿੰਦ।